ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ ਵੰਨਗੀ ਪਾਠ ਪੁਸਤਕ ਵਿੱਚ ਦਰਜ ਕਹਾਣੀ ਕੱਲੋ ਬਾਰੇ ਗੱਲ ਕਰਾਂਗੇ। ਕੱਲੋ ਕਹਾਣੀ ਨਾਨਕ ਸਿੰਘ ਦੀ ਲਿਖੀ ਹੋਈ ਹੈ। ਨਾਨਕ ਸਿੰਘ ਪੰਜਾਬੀ ਦਾ ਬਹੁਤ ਹੀ ਵੱਡਾ ਨਾਵਲਕਾਰ ਹੈ। ਇਹਨੇ ਗਿਣਤੀ ਵਿੱਚ ਸਭ ਤੋਂ ਵੱਧ ਨਾਵਲ ਲਿਖੇ। ਇਹਦੇ ਛੋਟੀ ਉਮਰ ਵਿੱਚ ਹੀ ਸੀ ਨਾਨਕ ਸਿੰਘ ਜਦੋਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਦੋਂ ਬੇਟਾ ਇਹਨਾਂ ਦਾ ਨਾਂ ਹੰਸਰਾਜ ਸੀ। ਤਾਂ ਇਹਨਾਂ ਨੇ ਜਦੋਂ ਸਿੱਖ ਧਰਮ ਗ੍ਰਹਿਣ ਕੀਤਾ ਉਸ ਤੋਂ ਬਾਅਦ ਨਾਨਕ ਸਿੰਘ ਆਪਣਾ ਨਾਂ ਰੱਖਿਆ। ਇਹਨਾਂ ਨੇ 5 ਤੱਕ ਪੜ੍ਹਾਈ ਕੀਤੀ, 5ਵੀਂ ਪਾਸ ਕੀਤੀ। ਉਸ ਤੋਂ ਬਾਅਦ ਅਕਾਲੀ ਲਹਿਰ ਦੇ ਨਾਲ ਜੁੜ ਗਏ, ਜਿਹਦੇ ਕਰਕੇ ਜੇਲ੍ਹ ਵੀ ਜਾਣਾ ਪਿਆ। ਤਾਂ ਜੇਲ੍ਹ ਵਿੱਚ ਅਸਲ ਵਿੱਚ ਇਹਨਾਂ ਨੂੰ ਮੌਕਾ ਮਿਲਿਆ ਬਹੁਤ ਸਾਰਾ ਸਾਹਿਤ ਪੜ੍ਹਨ ਦਾ। ਤਾਂ ਇਹਨਾਂ ਦੇ ਮਨ ਦੇ ਵਿੱਚ ਵੀ ਫਿਰ ਇਹ ਇੱਛਾ ਪੈਦਾ ਹੋਈ ਕਿ ਮੈਂ ਵੀ ਲੇਖਕ ਬਣਾ। ਇਹਨਾਂ ਦਾ ਜਿਹੜਾ ਨਾਵਲ ਹੈ ਪਵਿੱਤਰ ਪਾਪੀ, ਉਹਦੇ ਤੇ ਇੱਕ ਫਿਲਮ ਵੀ ਬਣੀ ਹੋਈ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਇਹਨਾਂ ਦਾ ਨਾਵਲ ਇੱਕ ਮਿਆਨ ਦੋ ਤਲਵਾਰਾਂ, ਇਹਨੂੰ ਪੁਰਸਕਾਰ ਵੀ ਮਿਲਿਆ ਹੋਇਆ। ਇਹਨਾਂ ਨੇ ਕਹਾਣੀ ਸੰਗ੍ਰਹਿ ਵੀ ਰਚੇ। 1927 ਵਿੱਚ ਸਭ ਤੋਂ ਪਹਿਲੀ ਕਹਾਣੀ ਇਹਨਾਂ ਦੀ ਪ੍ਰਕਾਸ਼ਿਤ ਹੋਈ। ਇਹ ਜਿਹੜੀ ਕਹਾਣੀ ਸਾਡੇ ਸਿਲੇਬਸ ਦੇ ਵਿੱਚ ਹੈ ਕੱਲੋ, ਇਹ 1936 ਦੇ ਲਗਭਗ ਲਿਖੀ ਗਈ। ਇਸ ਕਹਾਣੀ ਨੂੰ ਵੀ ਟੀਵੀ ਤੇ ਹਿੰਦੀ ਤੇ ਪੰਜਾਬੀ ਦੋਨਾਂ ਰੂਪਾਂ ਦੇ ਵਿੱਚ ਫਿਲਮਾਇਆ ਗਿਆ, ਪੇਸ਼ ਕੀਤਾ ਗਿਆ। ਇਹ ਕਹਾਣੀ ਬੇਟਾ ਇੱਕ ਗਰੀਬ ਔਰਤ ਦੀ ਹੈ ਜਿਹੜੀ ਕਿ ਸਾਫ਼ ਸਫਾਈ ਦਾ ਕੰਮ ਕਰਦੀ ਸੀ ਸ਼ਹਿਰ ਦੇ ਵਿੱਚ। ਤਾਂ ਇਸ ਕਹਾਣੀ ਦੇ ਵਿੱਚ ਲੇਖਕ ਆਪ ਇੱਕ ਪਾਤਰ ਹੈ, ਇੱਕ ਉਹ ਕੱਲੋ ਪਾਤਰ ਹੈ ਜਿਹੜੀ ਕਿ ਸਾਫ਼ ਸਫਾਈ ਦਾ ਕੰਮ ਕਰਨ ਵਾਲੀ ਔਰਤ ਹੈ। ਇਹਦੇ ਵਿੱਚ ਲੇਖਕ ਦੱਸਦਾ ਹੈ ਕਿ ਮੈਂ ਆਪਣਾ ਨਾਵਲ ਕਾਗਤਾਂ ਦੀ ਬੇੜੀ ਲਿਖਣਾ ਸੀ। ਮੈਂ ਹਮੇਸ਼ਾ, ਉਹ ਕਹਿੰਦਾ, ਜਦੋਂ ਵੀ ਕੋਈ ਨਾਵਲ ਲਿਖਣਾ ਹੁੰਦਾ ਸੀ ਆਮ ਤੌਰ ਤੇ ਧਰਮਸ਼ਾਲਾ ਚਲਾ ਜਾਂਦਾ ਸੀ ਹਿਮਾਚਲ ਦੇ ਵਿੱਚ। ਉੱਥੋਂ ਦਾ ਸ਼ਹਿਰ ਹੈ ਮੈਕਡੋਲਗੰਜ, ਉੱਥੇ ਬੈਠ ਕੇ ਹੀ ਜ਼ਿਆਦਾ ਲਿਖਦਾ ਸੀ। ਉੱਥੇ ਮੇਰੇ ਤੋਂ ਬਹੁਤ ਵਧੀਆ ਲਿਖਿਆ ਜਾਂਦਾ ਸੀ। ਪਰ ਉਹ ਕਹਿੰਦਾ ਹੁਣ ਇਸ ਵਾਰ ਮੇਰੇ ਕੋਲ ਬਹੁਤੇ ਪੈਸੇ ਹੈ ਨਹੀਂ ਸੀ, ਤਾਂ ਮੈਂ ਸੋਚਿਆ ਕਿ ਮੈਂ ਆਪਣਾ ਇਹ ਨਾਵਲ ਕਾਗਤਾਂ ਦੀ ਬੇੜੀ ਘਰ ਬੈਠ ਕੇ ਹੀ ਲਿਖਦਾ। ਪਰ ਉਹ ਕਹਿੰਦਾ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਲੈਂਦੀ ਹੈ, ਘਰ ਮੇਰੇ ਤੋਂ ਉਵੇਂ ਨਾ ਲਿਖਿਆ ਗਿਆ। ਤਾਂ ਫਿਰ ਮੈਂ ਸੋਚਿਆ ਕਿ ਚਲੋ ਮੈਂ ਮੈਕਡੋਲਗੰਜ ਨਹੀਂ ਜਾਂਦਾ, ਤਾਂ ਧਰਮਸ਼ਾਲਾ ਮੇਰਾ ਇੱਕ ਦੋਸਤ ਰਹਿੰਦਾ ਸ਼ਹਿਰ ਦੇ ਵਿੱਚ, ਉਹ ਇਕੱਲਾ ਹੀ ਰਹਿੰਦਾ ਸੀ ਇੱਕ ਕਮਰੇ 'ਚ। ਤਾਂ ਕਹਿੰਦਾ ਮੈਂ ਸੋਚਿਆ ਮੈਂ ਉਹਦੇ ਕੋਲ ਜਾ ਕੇ ਲਿਖ ਲੈਣਾ। ਤਾਂ ਮੈਂ ਉਹਦੇ ਕੋਲ ਪਹੁੰਚ ਗਿਆ। ਹੁਣ ਉੱਥੇ ਲੇਖਕ ਹੈ ਜਿਹੜਾ ਆਪਦਾ ਨਾਵਲ ਲਿਖਣ ਲੱਗਦਾ ਹੈ, ਤਾਂ ਆਸੇ-ਪਾਸੇ ਸ਼ਹਿਰ ਦੇ ਵਿੱਚ ਉਹ ਘਰ ਹੈ, ਬਹੁਤ ਬੱਚਿਆਂ ਦਾ ਰੌਲਾ ਹੈ, ਸ਼ੋਰ ਹੈ। ਪਰ ਫਿਰ ਵੀ ਚਲੋ ਮਨ ਮਾਰ ਕੇ ਲਿਖਦਾ ਰਹਿੰਦਾ ਹੈ, ਕਿਉਂਕਿ ਉਹ ਕਹਿੰਦਾ ਘਰ ਜਿਹੜੇ ਮੇਰੇ ਆਪਣੇ ਬੱਚੇ ਆ ਉਹਨਾਂ ਦੇ ਰੌਲੇ ਨਾਲੋਂ ਤਾਂ ਠੀਕ ਹੈ, ਕਿਉਂਕਿ ਉਹ ਬੱਚੇ ਰੌਲਾ ਵੀ ਪਾਉਂਦੇ ਆ, ਨਾਲ ਨਾਲ ਆਪਦੀਆਂ ਲੋੜਾਂ ਜਿਹੜੀਆਂ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਮੰਗ ਰੋਜ਼ ਹੀ ਰੱਖਦੇ ਆ। ਤਾਂ ਇਹ ਬੱਚਿਆਂ ਦਾ ਰੌਲਾ ਉਹ ਥੋੜਾ ਬਹੁਤ ਬਰਦਾਸ਼ਤ ਕਰਕੇ ਲਿਖਣਾ ਸ਼ੁਰੂ ਕਰ ਦਿੰਦਾ। ਹੁਣ ਉੱਥੇ ਉਹਨੂੰ ਇੱਕ ਸਮੱਸਿਆ ਆਉਂਦੀ ਹੈ ਕਿ ਉੱਥੇ ਗਲੀ ਸਾਫ਼ ਕਰਨ ਲਈ ਇੱਕ ਔਰਤ ਆਉਂਦੀ ਹੈ ਜਿਹਦਾ ਨਾਂ ਹੈ ਕੱਲੂ। ਹੁਣ ਉਹਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਉਹ ਸਾਰਿਆਂ ਨਾਲ ਹੀ ਝਗੜਾ ਕਰਦੀ ਰਹਿੰਦੀ ਹੈ, ਲੜਾਈ ਕਰਦੀ ਰਹਿੰਦੀ ਹੈ। ਆਸੇ-ਪਾਸੇ ਦੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਮਾੜਾ ਚੰਗਾ ਬੋਲਦੀ ਰਹਿੰਦੀ ਹੈ, ਤਾਂ ਜਵਾਬ ਦੇ ਵਿੱਚ ਉਹ ਮਾੜਾ ਚੰਗਾ ਬੋਲਦੀਆਂ। ਤਾਂ ਉਹ ਜਿੰਨੀ ਦੇਰ ਉਹ ਉਸ ਮੁਹੱਲੇ 'ਚ ਰਹਿੰਦੀ ਹੈ ਤਾਂ ਲੇਖਕ ਦਾ ਧਿਆਨ ਬਾਹਰ ਹੀ ਰੌਲੇ ਰੱਪੇ ਵੱਲ ਰਹਿੰਦਾ ਹੈ ਕਿ ਕਿੰਨਾ ਕਲੇਸ਼ ਹੈ। ਕੋਈ ਔਰਤਾਂ ਜਿਹੜੀਆਂ ਉਹ 2-4 ਮਾੜੀਆਂ ਗੱਲਾਂ ਉਹਨੂੰ ਕਹਿੰਦੀਆਂ, ਤਾਂ ਕੱਲੂ ਹੈ ਜਿਹੜੀ ਆਪ ਅੱਗੋਂ 4 ਸੁਣਾਉਂਦੀ ਹੈ। ਕੋਈ ਕਹਿੰਦਾ ਮੇਰਾ ਆਹ ਕੰਮ ਕਰਦੇ, ਆਹ ਕੰਮ ਕਰਦੇ, ਉਹ ਕਿਸੇ ਦੀ ਗੱਲ ਨਹੀਂ ਸੁਣਦੀ, ਬਿਲਕੁਲ ਢੀਠ ਬਣੀ, ਜਿੰਨਾ ਉਹਦਾ ਜੀ ਕਰੇ ਜਿਸ ਤਰ੍ਹਾਂ ਦਾ ਕੰਮ ਕਰੇ ਆਪਦਾ ਕਰੀ ਜਾਂਦੀ ਹੈ, ਨਾਲ ਮੂੰਹ ਦੇ ਵਿੱਚ ਬੁੜਬੁੜ ਕਰੀ ਜਾਂਦੀ ਹੈ। ਤਾਂ ਲੇਖਕ ਹੈ ਜਿਹੜਾ ਉਸਦਾ ਮਨ ਆਪਦਾ ਨਾਵਲ ਲਿਖਣ ਦੇ ਵਿੱਚ ਲੱਗਦਾ ਨਹੀਂ। ਤਾਂ ਉਹ ਇਹਦਾ ਹੱਲ ਸੋਚਦਾ ਵੀ ਮੈਂ ਸਵੇਰੇ ਜਲਦੀ ਉੱਠਿਆ ਕਰਾਂ, ਸਵੇਰੇ ਸਵੇਰੇ ਆਪਦਾ ਕੰਮ ਹੈ ਜਿਹੜਾ ਉਹ ਕਰ ਲਿਆ ਕਰਾਂ ਕੱਲੋ ਦੇ ਆਉਣ ਤੋਂ ਪਹਿਲਾਂ ਪਹਿਲਾਂ। ਤਾਂ ਲੇਖਕ ਕਹਿੰਦਾ ਮੇਰੀ ਇਹ ਯੋਜਨਾ ਵੀ ਸਫਲ ਨਹੀਂ ਹੋਈ, ਕਿਉਂਕਿ ਮੈਨੂੰ ਲੱਗਿਆ ਵੀ ਜਿਵੇਂ ਕੱਲੋ ਵੀ ਪਹਿਲਾਂ ਆਉਣ ਲੱਗ ਗਈ। ਸ਼ਾਇਦ ਲੇਖਕ ਕਹਿੰਦਾ ਹੋ ਸਕਦਾ ਮੇਰਾ ਵਹਿਮ ਹੀ ਹੋਵੇ।
ਤਾਂ ਫਿਰ ਲਿਖ ਕੇ ਸੋਚਦਾ ਹੈ ਕਿ ਮੈਂ ਹੁਣ ਇੱਥੋਂ ਜਾਣਾ ਹੈ, ਇੱਥੇ ਰਹਿ ਕੇ ਤਾਂ ਮੈਂ ਨਹੀਂ ਕੰਮ ਕਰ ਸਕਦਾ। ਪਰ ਅਚਾਨਕ ਹੀ ਜਿਸ ਦਿਨ ਉਹ ਜਾਣ ਦਾ ਮਨ ਬਣਾਉਂਦਾ ਉਸ ਦਿਨ ਬਹੁਤ ਮੀਂਹ ਪੈਂਦਾ ਹੈ, ਤਾਂ ਉਹ ਜਾ ਨਹੀਂ ਸਕਦਾ। ਹੁਣ ਮੀਂਹ ਪੈਂਦਾ ਹੈ ਤਾਂ ਬਾਹਰ ਕੱਲੋ ਹੈ ਜਿਹੜੀ ਉਹ ਵੀ ਕੰਮ ਕਰਨ ਲਈ ਨਹੀਂ ਆ ਸਕੀ, ਤਾਂ ਬਾਹਰ ਜਿਹੜੀਆਂ ਔਰਤਾਂ ਨੇ ਉਹ ਵੀ ਆਪੋ ਆਪਣੇ ਘਰਾਂ ਦੇ ਵਿੱਚ ਹੀ ਸੀ, ਯਾਨੀ ਕਿ ਬਾਹਰ ਕੋਈ ਰੌਲਾ ਰੱਪਾ ਨਹੀਂ ਪਿਆ। ਤਾਂ ਨਾਨਕ ਸਿੰਘ ਨੇ ਆਪਦਾ ਨਾਵਲ ਹੈ ਜਿਹੜਾ ਉਹ ਕਾਫੀ ਲਿਖ ਲਿਆ, ਉਹਦਾ ਮਨ ਖੁਸ਼ ਹੋਇਆ। ਉਹ ਤੋਂ ਇੱਕ ਦਿਨ ਪਹਿਲਾਂ ਹੀ ਉਹਦਾ ਦੋਸਤ ਅੰਬ ਲਿਆਇਆ ਸੀ, ਤਾਂ ਉਹ ਖੁਸ਼ੀ ਦੇ ਵਿੱਚ, ਮੌਸਮ ਵੀ ਵਧੀਆ ਸੀ, ਅੰਬ ਖਾਣ ਲੱਗ ਪਿਆ। ਤਾਂ ਅੰਬ ਖਾਈ ਗਿਆ, ਛਿੱਲੜ ਹੈ ਜਿਹੜੇ ਉਹ ਬਾਹਰ ਸਿੱਟੀ ਗਿਆ, ਅੰਬ ਖਾਈ ਗਿਆ, ਛਿੱਲੜ ਬਾਹਰ ਸਿੱਟੀ ਗਿਆ। ਤਾਂ ਉਦੋਂ ਅਚਾਨਕ ਕੱਲੋ ਆ ਗਈ। ਹੁਣ ਕੱਲੋ ਨੇ ਆਉਂਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਮੈਂ ਤਾਂ ਇੱਥੇ ਸਫਾਈ ਕਰਨ ਵਾਲੀ ਕੱਲੀ ਆ, ਆਸੇ ਪਾਸੇ ਤੂੰ ਇੰਨਾ ਖਲਾਰਾ ਪਾਤਾ, ਅੰਬ ਖਾ ਖਾ ਕੇ ਇਸ ਤਰ੍ਹਾਂ ਛਿਲਕੇ ਸਿੱਟੀ ਜਾਂਦਾ। ਹੁਣ ਲੇਖ ਤਰਬਕ ਪਿਆ। ਉਹਨੇ ਦੇਖਿਆ ਵੀ ਹੁਣ ਤਾਂ ਆਸੇ ਪਾਸੇ ਸਾਰੀਆਂ ਔਰਤਾਂ ਦੇ ਵਿੱਚ, ਸਾਰੇ ਮੁਹੱਲੇ ਦੇ ਵਿੱਚ ਮੇਰੀ ਬੜੀ ਬੇਇੱਜ਼ਤੀ ਹੋਣੀ ਹੈ ਤੇ ਕੱਲੋ ਪਤਾ ਨਹੀਂ ਕੀ ਕੁਛ ਬੋਲੂਗੀ। ਤਾਂ ਉਹ ਕੱਲੋ ਨੂੰ ਇੱਕਦਮ ਕਹਿੰਦਾ ਹੈ ਵੀ ਬੜੀ ਭੂਲ ਹੁਈ ਬਹਿਨ, ਮਾਫ ਕਰਨਾ, ਪਰਦੇਸੀ ਹੂੰ, ਖਿਆਲ ਨਹੀਂ ਰਹਾ। ਇਹ ਇੱਕ ਸਤਰ ਹੈ ਜਿਹੜੀ ਉਹ ਜਦੋਂ ਕੱਲੋ ਦੇ ਅੱਗੇ ਬੋਲਦਾ ਹੈ ਤਾਂ ਕੱਲੋ ਬਿਲਕੁਲ ਚੁੱਪ ਕਰ ਜਾਂਦੀ ਹੈ। ਹੁਣ ਕਹਾਣੀਕਾਰ ਨੂੰ ਤਾਂ ਕੋਈ ਉਮੀਦ ਨਹੀਂ ਸੀ ਕਿ ਕੱਲੋ ਚੁੱਪ ਕਰੂਗੀ, ਤਾਂ ਉਹ ਫਟਾਫਟ ਆਪਦੇ ਸਿੱਟੇ ਹੋਏ ਜਿਹੜੇ ਛਿੱਲੜ ਹੈ ਉਹ ਇਕੱਠੇ ਕਰਨ ਲੱਗ ਪੈਂਦਾ। ਉਹਨੇ ਅੱਧੇ ਇਕੱਠੇ ਕੀਤੇ ਹੁੰਦੇ ਆ ਤਾਂ ਕੱਲੋ ਕਹਿ ਦਿੰਦੀ ਹੈ ਕਿ ਸਰਦਾਰ ਜੀ ਮੈਂ ਆਪਣੇ ਆਪ ਕਰ ਲੂੰਗੀ। ਤਾਂ ਉਹ ਸਾਰੀ ਸਾਫ ਸਫਾਈ ਹੈ ਜਿਹੜੀ ਉਹ ਕੱਲੋ ਕਰ ਦਿੰਦੀ ਹੈ। ਹੁਣ ਅਗਲੇ ਦਿਨ ਸੋਚਦਾ ਜਦੋਂ ਲੇਖਕ ਵੀ ਮੈਂ ਹੁਣ ਚਲੇ ਜਾਣਾ, ਤਾਂ ਉਹ ਹਜੇ ਆਪਦਾ ਮਨ ਬਣਾ ਹੀ ਰਿਹਾ ਹੁੰਦਾ ਹੈ। ਤਾਂ ਉਹ ਦੇਖਦਾ ਹੈ ਵੀ ਇਹ ਕੱਲੋ ਹੈ ਜਿਹੜੀ ਉਹ ਮੇਰੇ ਦਰਵਾਜ਼ੇ 'ਚ ਖੜੀ ਹੈ। ਆਸੇ ਪਾਸੇ ਉਹਦਾ ਜਿਹੜਾ ਕਹਾਣੀਕਾਰ ਹੈ ਉਸ ਦਾ ਘਰ-ਬਾਰ ਦਾ ਆਸਾ ਪਾਸਾ, ਬਾਹਰੋਂ ਨਾਲੀ ਸਾਰੀ ਸਾਫ਼ ਕਰ ਦਿੰਦੀ ਹੈ ਬਿਨਾਂ ਕਹੇ। ਤਾਂ ਉਹ ਸੋਚਦਾ ਵੀ ਸ਼ਾਇਦ ਇਹ ਹੁਣ ਪੈਸਿਆਂ ਦੀ ਝਾਕ ਕਰਦੀ ਹੈ ਵੀ ਮੈਂ ਇੰਨੀ ਮਿਹਨਤ ਕੀਤੀ ਹੈ ਤਾਂ ਮੈਨੂੰ ਪੈਸੇ ਮਿਲਣੇ ਚਾਹੀਦੇ ਆ। ਤਾਂ ਉਹ ਮਜ਼ਦੂਰੀ ਵਜੋਂ ਉਹਨੂੰ 1 ਆਨਾ ਦੇਣਾ ਚਾਹੁੰਦਾ, ਉਹਦੇ ਵੱਲ ਸੁੱਟਦਾ। ਕੱਲੋ ਨਹੀਂ ਲੈਂਦੀ, ਖੜੀ ਰਹਿੰਦੀ ਹੈ ਚੁੱਪਚਾਪ। ਫਿਰ ਉਹ 2 ਸੁੱਟਦਾ, ਫਿਰ ਵੀ ਕੱਲੋ ਕਹਿ ਦਿੰਦੀ ਹੈ ਮੈਂ ਨਹੀਂ ਲੈਣਾ। ਤਾਂ ਨਾਵਲਕਾਰ ਨੂੰ ਇਹ ਲੱਗਦਾ ਹੈ, ਨਾਨਕ ਸਿੰਘ ਨੂੰ, ਕਿ ਇਹ ਤਾਂ ਬਹੁਤ ਲਾਲਚੀ ਹੈ। ਕਿਉਂ ਇਹ ਮਤਲਬ 2 ਆਨੇ ਆ ਜਿਹੜੇ ਉਹ ਲੈਣਾ ਨਹੀਂ ਚਾਹੁੰਦੀ, ਇੰਨਾ ਕੰਮ ਤਾਂ ਇਹਨੇ ਕੋਈ ਕੀਤਾ ਨਹੀਂ ਹੈਗਾ। ਪਰ ਕੱਲੋ ਹੈ ਜਿਹੜੀ ਉਹ ਤੋਂ ਕੋਈ ਪੈਸਾ ਨਹੀਂ ਲੈਂਦੀ ਤੇ ਉਹਦਾ ਕਾਰਨ ਇਹ ਦੱਸਦੀ ਹੈ ਵੀ ਤੂੰ ਮੈਨੂੰ ਕੱਲ ਭੈਣ ਕਿਹਾ ਸੀ, ਇਸ ਲਈ ਮੈਂ ਤੇਰੇ ਤੋਂ ਕੋਈ ਪੈਸਾ ਨਹੀਂ ਲੈਣਾ। ਹੁਣ ਉਹਦੇ ਇਹ ਸ਼ਬਦ ਸੁਣ ਕੇ ਨਾਨਕ ਸਿੰਘ ਹੈ ਜਿਹੜਾ ਉਹ ਹੈਰਾਨ ਰਹਿ ਜਾਂਦਾ। ਉਹਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਉਹਦੇ ਮੂੰਹ ਚੋਂ ਜਿਹੜੇ ਇਹ ਸ਼ਬਦ ਨਿਕਲਣਗੇ ਉਹ ਕੱਲੋ ਨੂੰ ਇੰਨਾ ਜ਼ਿਆਦਾ ਬਦਲ ਦੇਣਗੇ ਕਿ ਕੱਲੋ ਹੈ ਜਿਹੜੀ ਉਹ ਬਿਲਕੁਲ ਰੌਲਾ ਰੱਪਾ ਪਾਉਣਾ ਆਸੇ-ਪਾਸੇ ਬੰਦ ਕਰ ਦਿੰਦੀ ਹੈ, ਲੜਾਈ ਝਗੜਾ ਬੰਦ ਕਰ ਦਿੰਦੀ ਹੈ, ਕਿਉਂਕਿ ਉਹ ਦੇਖਦੀ ਹੈ ਕਿ ਇਹ ਵਿਅਕਤੀ ਹੈ ਜਿਹੜਾ ਇਹ ਕੁਛ ਨਾ ਕੁਛ ਲਿਖਦਾ ਹੈ। ਹੁਣ ਜਦੋਂ ਉਹ ਪੁੱਛਦੀ ਹੈ ਨਾਨਕ ਸਿੰਘ ਤੋਂ ਵੀ ਤੂੰ ਕੀ ਲਿਖਦਾ, ਤਾਂ ਉਹ ਕਹਿੰਦਾ ਵੀ ਮੈਂ ਇਹ ਕਿਤਾਬ ਲਿਖ ਰਿਹਾ, ਪਰ ਮੈਂ ਇੱਥੋਂ ਚਲੇ ਜਾਣਾ ਛੇਤੀ, ਕਿਉਂਕਿ ਇੱਥੇ ਬਾਹਰ ਬਹੁਤ ਜ਼ਿਆਦਾ ਰੌਲਾ ਰੱਪਾ ਪੈਂਦਾ ਤੇ ਮੇਰੇ ਤੋਂ ਲਿਖਿਆ ਨਹੀਂ ਜਾਂਦਾ। ਹੁਣ ਕੱਲੋ ਦੇ ਮਨ ਨੂੰ ਇਹ ਗੱਲ ਲੱਗ ਜਾਂਦੀ ਹੈ। ਕੱਲੋ ਨੂੰ ਇਉਂ ਲੱਗਦਾ ਵੀ ਬਾਹਰ ਔਰਤਾਂ ਦੇ ਨਾਲ ਮੈਂ ਲੜਾਈ ਝਗੜਾ ਕਰਦੀ ਐ, ਤਾਂ ਕਰਕੇ ਸਰਦਾਰ ਜੀ ਤੋਂ ਲਿਖਿਆ ਨਹੀਂ ਜਾਂਦਾ, ਪਰ ਇਹਨੇ ਤਾਂ ਮੈਨੂੰ ਭੈਣ ਕਿਹਾ। ਇਹ ਸੋਚ ਕੇ ਹੁਣ ਉਹ ਬਾਹਰ ਕੋਈ ਲੜਾਈ ਝਗੜਾ ਨਹੀਂ ਕਰਦੀ, ਆਪਦਾ ਆਰਾਮ ਨਾਲ ਕੰਮ ਕਰਦੀ ਹੈ। ਸਗੋਂ ਜੇ ਬੱਚੇ ਕੋਈ ਰੌਲਾ ਪਾਉਂਦੇ ਆ ਜਾਂ ਔਰਤ ਕੋਈ ਉੱਚੀ ਬੋਲਦੀ ਹੈ ਤਾਂ ਸਾਰਿਆਂ ਨੂੰ ਉਹ ਚੁੱਪ ਕਰਾਉਂਦੀ ਹੈ। ਉਹ ਕਹਿੰਦੀ ਹੈ ਸਰਦਾਰ ਜੀ ਲਿਖ ਰਹੇ ਹੈ, ਸ਼ੋਰ ਮਤ ਕਰੋ। ਤਾਂ ਇਸ ਤਰ੍ਹਾਂ ਲੇਖਕ ਹੈ ਜਿਹੜਾ ਉਹ ਸੋਚਦਾ ਹੈ ਵੀ ਇਹ ਔਰਤ ਸਿਰਫ ਇੱਕ ਸਤਿਕਾਰ ਦੀ ਹੋਈ ਭੁੱਖੀ ਸੀ, ਇਹਨੂੰ ਬਸ ਇੰਨਾ ਕੁ ਸਤਿਕਾਰ ਹੀ ਚਾਹੀਦਾ ਸੀ ਜਿਹਦੇ ਨਾਲ ਇਹ ਸਾਰੀ ਦੀ ਸਾਰੀ ਬਦਲ ਗਈ। ਇੰਨਾ ਇਹਦਾ ਗੁੱਸੇ ਵਾਲਾ ਤੇ ਸੜੀਅਲ ਸੁਭਾਅ ਸੀ, ਪਰ ਹੁਣ ਇਹ ਇੰਨੇ ਮਿਠਾਸ ਦੇ ਨਾਲ ਬੋਲਦੀ ਹੈ, ਇਸ ਗੱਲ ਨੂੰ ਸਮਝਦੀ ਹੈ ਵੀ ਕੋਈ ਵਿਅਕਤੀ ਕੰਮ ਕਰ ਰਿਹਾ ਤਾਂ ਰੌਲਾ ਨਹੀਂ ਪਾਉਣਾ ਚਾਹੀਦਾ। ਤਾਂ ਹੁਣ ਉਹ ਨਾਨਕ ਸਿੰਘ ਦੇ ਕੋਲੇ ਕੰਮ ਕਰਦਿਆਂ ਆ ਜਾਂਦੀ ਹੈ, ਉਹਦੇ ਨਾਲ ਕੋਈ ਨਾ ਕੋਈ ਗੱਲਾਂ ਬਾਤਾਂ ਕਰਨ ਲੱਗ ਜਾਂਦੀ ਹੈ, ਉਹਦੇ ਘਰ ਪਰਿਵਾਰ ਦੀਆਂ ਪੁੱਛਣ ਲੱਗ ਜਾਂਦੀ ਹੈ, ਤੇਰੇ ਕਿੰਨੇ ਬੱਚੇ ਹੈ,
ਤੇ ਜਦੋਂ ਨਾਨਕ ਸਿੰਘ ਦੱਸਦਾ ਵੀ ਮੇਰੇ 3 ਮੁੰਡੇ ਐ ਤਾਂ ਉਹ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦੀ ਹੈ। ਉਹ ਕਹਿੰਦੀ ਵੀ ਇਸ ਲਈ ਤੂੰ ਤਾਂ ਭਗਵਾਨ ਹੀ ਹੈ, ਯਾਨੀ ਕਿ ਉਹਨੂੰ ਪਰਮਾਤਮਾ ਦਾ ਦਰਜਾ ਦਿੰਦੀ ਹੈ। ਉਹ ਕਹਿੰਦੀ ਵੀ ਮੇਰੀਆਂ ਤਾਂ 4 ਭੈਣਾਂ, ਹੁਣ ਜਿਸ ਘਰ ਦੇ ਵਿੱਚ ਇੰਨੀਆਂ ਜ਼ਿਆਦਾ ਲੜਕੀਆਂ ਹੋਣ ਉਹਨੂੰ ਤਾਂ ਮਨਹੂਸ ਹੀ ਮੰਨਿਆ ਜਾਂਦਾ। ਤਾਂ ਹੁਣ ਜਿਹੜਾ ਕਹਾਣੀਕਾਰ ਆ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਸ਼ੁਰੂ ਤੋਂ ਹੀ ਕੱਲੋ ਹੈ ਜਿਹੜੀ ਉਹਦੀ ਮਾਨਸਿਕਤਾ ਵਿਚਾਰੀ ਦੀ ਇੰਨੀ ਜ਼ਿਆਦਾ ਦੱਬੀ ਰਹੀ, ਜਿਹਨੇ ਉਹਦਾ ਸੁਭਾਅ ਹੈ ਜਿਹੜਾ ਉਹ ਇੰਨਾ ਕੁਰੱਖਤ ਬਣਾਤਾ। ਇੱਕ ਉਹਦਾ ਕੰਮ ਇਸ ਤਰ੍ਹਾਂ ਦਾ ਹੈ ਕਿ ਸਾਰਾ ਦਿਨ ਉਸਨੇ ਉਹ ਖਲਾਰਾ ਆਸੇ-ਪਾਸੇ ਲੋਕਾਂ ਦਾ ਪਾਇਆ ਹੋਇਆ ਹੀ ਚੱਕੀ ਜਾਣਾ। ਸਾਰਿਆਂ ਨੇ ਉਹਦੇ ਨਾਲ ਖਰਵੇ ਸੁਭਾਅ ਦੇ ਨਾਲ ਗੱਲਬਾਤ ਕਰਨੀ ਹੈ ਤੇ ਉਹਦੇ ਕੰਮ ਨੂੰ ਚੰਗਾ ਨਹੀਂ ਸਮਝਣਾ। ਤਾਂ ਇਹਨਾਂ ਸਾਰੀਆਂ ਗੱਲਾਂ ਨੇ ਕੱਲੋ ਹੈ ਜਿਹੜੀ ਉਹਨੂੰ ਪੱਥਰ ਬਣਾਤਾ। ਕੋਈ ਉਹਨੂੰ ਕੁਛ ਕਹੀ ਜਾਵੇ ਉਹਦੇ ਤੇ ਕੋਈ ਅਸਰ ਹੀ ਨਹੀਂ ਹੁੰਦਾ। ਹੁਣ ਇਹ ਸਾਰੇ ਵਿਚਾਰ ਹੈ ਜਿਹੜੇ ਲੇਖਕ ਦੇ ਮਨ ਦੇ ਵਿੱਚ ਆਉਂਦੇ ਆ ਤਾਂ ਉਹਨੂੰ ਕੱਲੋ ਹੈ ਜਿਹੜੀ ਉਹ ਬਹੁਤ ਹੀ ਭਲੀ ਔਰਤ ਲੱਗਣ ਲੱਗ ਜਾਂਦੀ ਹੈ। ਹੁਣ ਕਹਾਣੀਕਾਰ ਦਾ ਕੰਮ ਖਤਮ ਹੋ ਜਾਂਦਾ। ਉਹਨੇ ਨਾਵਲ ਲਿਖ ਲਿਆ, ਉਹ ਜਾਣ ਦੀ ਤਿਆਰੀ ਕਰਦਾ ਤੇ ਕੱਲੋ ਨੂੰ ਦੱਸਦਾ ਵੀ ਮੈਂ ਤਾਂ ਚਲੇ ਜਾਣਾ ਕੱਲ ਨੂੰ। ਕੱਲੋ ਪਹਿਲਾਂ ਤਾਂ ਹੈਰਾਨ ਰਹਿ ਜਾਂਦੀ ਹੈ, ਪਰ ਫਿਰ ਅਗਲੇ ਦਿਨ ਜਦੋਂ ਜਾਣਾ ਹੁੰਦਾ ਕਹਾਣੀਕਾਰ ਨੇ ਵਾਪਸ, ਉਹਦੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਮੈਂ ਆਖਰੀ ਟਾਈਮ ਜਾਂਦੇ ਹੋਏ ਇੱਕ ਵਾਰ ਕੱਲੋ ਨੂੰ ਜ਼ਰੂਰ ਮਿਲ ਲਾਂ। ਉਹ ਉਡੀਕਦਾ ਰਹਿੰਦਾ ਪਰ ਕੱਲੋ ਆਉਂਦੀ ਨਹੀਂ। ਅਖੀਰ ਉਹ ਕਾਰ ਦੇ ਵਿੱਚ ਬੈਠ ਜਾਂਦਾ ਤਾਂ ਅਚਾਨਕ ਉਹਨੂੰ ਕੱਲੋ ਹੈ ਜਿਹੜੀ ਉਹ ਦੂਰੋਂ ਹੀ ਭੱਜੀ ਆਉਂਦੀ ਦਿਖਾਈ ਦਿੰਦੀ ਹੈ। ਉਹਨੇ ਸਿਰ ਤੇ ਆਪਣੇ ਅੰਬਾਂ ਦੀ ਟੋਕਰੀ ਚੱਕੀ ਹੁੰਦੀ ਹੈ ਜਿਹੜੀ ਉਹ ਲੇਖਕ ਦੇ ਪਰਿਵਾਰ ਦੇ ਲਈ ਲੈ ਕੇ ਆਉਂਦੀ ਹੈ। ਤੇ ਨਾਲ ਇਹ ਵੀ ਕਹਿੰਦੀ ਹੈ ਵੀ ਮੈਂ ਇਹਨਾਂ ਨੂੰ ਹੱਥ ਨਹੀਂ ਲਾਇਆ, ਕਿਉਂਕਿ ਹੱਥ ਲਾਉਣ ਦੇ ਨਾਲ ਇਹ ਵੀ ਲੇਖਕ ਸੋਚ ਸਕਦਾ ਨਾ ਵੀ ਉਹ ਪਿੱਟੇ ਜਾਣਗੇ, ਕਿਉਂਕਿ ਉਹਦਾ ਕੰਮ ਵਿਚਾਰੀ ਦਾ ਇਸ ਤਰ੍ਹਾਂ ਦਾ। ਪਰ ਲੇਖਕ ਹੈ ਜਿਹੜਾ ਉਹ ਇਸ ਗੱਲ ਨੂੰ ਬਿਲਕੁਲ ਵੀ ਨਹੀਂ ਮੰਨਦਾ। ਉਹ ਬਹੁਤ ਖੁਸ਼ ਹੁੰਦਾ ਹੈ। ਉਹ ਕਹਿੰਦਾ ਮੈਂ ਜ਼ਰੂਰ ਲੈ ਕੇ ਜਾਊਂਗਾ ਜੇ ਤੂੰ ਇੰਨੀ ਸੋਹਣੀ ਮੇਰੇ ਲਈ ਸੌਗਾਤ ਲੈ ਕੇ ਆਈ ਹੈ। ਤਾਂ ਉਸ ਤੋਂ ਬਾਅਦ ਕੱਲੋ ਹੈ ਜਿਹੜੀ ਉੱਥੇ ਖੜੀ ਰਹਿ ਜਾਂਦੀ ਹੈ ਤੇ ਕਹਾਣੀਕਾਰ ਆਪਣੀ ਕਾਰ ਦੇ ਵਿੱਚ ਵਾਪਸ ਆਉਣ ਦੇ ਲਈ ਸਵਾਰ ਹੋ ਜਾਂਦਾ। ਤਾਂ ਇਸ ਤਰ੍ਹਾਂ ਬੇਟਾ ਇਹ ਕਹਾਣੀ ਹੈ ਜਿਹੜੀ ਇੱਕ ਗਰੀਬ ਔਰਤ ਦੀ ਹੈ ਜਿਹੜੀ ਸਫਾਈ ਕਰਨ ਦਾ ਕੰਮ ਕਰਦੀ ਹੈ। ਬਹੁਤ ਖਿਜੂ ਸੁਭਾਅ ਹੈ ਉਹਦਾ। ਤਾਂ ਇਹਦੇ ਵਿੱਚ ਕਹਾਣੀਕਾਰ ਸਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਉਹਦਾ ਸੁਭਾਅ ਅਸਲ ਦੇ ਵਿੱਚ ਉਹਦਾ ਇੱਕ ਤਾਂ ਕੰਮ ਇਸ ਤਰ੍ਹਾਂ ਦਾ ਜਿਹਨੇ ਬਣਾਇਆ, ਇੱਕ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਇਹੋ ਜਿਹੀਆਂ ਨੇ ਜਿਹਦੇ ਵਿੱਚ ਕੁੜੀਆਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਕੋਈ ਵੀ ਇਨਸਾਨ ਹੈ ਜਿਹੜਾ ਉਹ ਜਨਮ ਤੋਂ ਹੀ ਇੰਨਾ ਜ਼ਿਆਦਾ ਸੜੀਅਲ ਜਾਂ ਇੰਨੇ ਖਿਜੂ ਸੁਭਾਅ ਦਾ ਨਹੀਂ ਹੁੰਦਾ। ਆਸੇ-ਪਾਸੇ ਦੇ ਹਾਲਾਤ ਨੇ ਜਿਹੜੇ ਉਹ ਉਸ ਨੂੰ ਇਸ ਤਰ੍ਹਾਂ ਦਾ ਬਣਨ ਲਈ ਮਜਬੂਰ ਕਰ ਦਿੰਦੇ ਹੈ। ਪਰ ਜੇ ਅਸੀਂ ਸਾਰਿਆਂ ਦੇ ਨਾਲ ਚੰਗਾ ਵਿਵਹਾਰ ਕਰੀਏ, ਕਿਸੇ ਦਾ ਕੰਮ ਕਿਹੋ ਜਿਹਾ ਵੀ ਹੋਵੇ, ਉਹਨੂੰ ਆਪਣੇ ਬਰਾਬਰ ਦਾ ਇਨਸਾਨ ਸਮਝੀਏ, ਤਾਂ ਸਾਰੇ ਲੋਕ ਹੈ ਜਿਹੜੇ ਉਹ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਰਹਿ ਸਕਦੇ ਆ। ਇਸ ਕਹਾਣੀ ਦੇ ਅਭਿਆਸ ਵਿੱਚ ਪਹਿਲਾ ਪ੍ਰਸ਼ਨ ਹੈ ਬੇਟਾ, ਕੱਲੋ ਕਹਾਣੀ ਦਾ ਸਾਰ ਆਪਣੇ ਸ਼ਬਦਾਂ 'ਚ ਲਿਖੋ। ਤਾਂ ਇਹ ਸਾਰੀ ਕਹਾਣੀ ਜੋ ਮੈਂ ਤੁਹਾਨੂੰ ਸੁਣਾਈ ਹੈ ਉਹ ਤੁਸੀਂ ਆਪਣੇ ਸ਼ਬਦਾਂ 'ਚ ਦੱਸ ਦੇਣੀ ਹੈ। ਦੂਸਰਾ ਪ੍ਰਸ਼ਨ ਹੈ, ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ? ਲੇਖਕ ਨੇ ਅਜਿਹਾ ਕਿਉਂ ਸੋਚਿਆ? ਹੁਣ ਲੇਖਕ ਜਦੋਂ ਆਪਣਾ ਨਾਵਲ ਕਾਗਜ਼ਾਂ ਦੀ ਬੇੜੀ ਲਿਖਣਾ ਚਾਹੁੰਦਾ ਹੈ ਤਾਂ ਉਹ ਸੋਚਦਾ ਵੀ ਮੈਂ ਘਰੇ ਹੀ ਬੈਠ ਕੇ ਲਿਖ ਲੈਣਾ, ਕਿਉਂਕਿ ਅੱਗੇ ਤਾਂ ਮੈਂ ਧਰਮਸ਼ਾਲਾ ਜਾ ਕੇ ਲਿਖਦਾ ਹੁੰਦਾ ਸੀ, ਹੁਣ ਮੇਰੇ ਕੋਲ ਪੈਸੇ ਹੈ ਨਹੀਂ। ਪਰ ਘਰ ਬੈਠ ਕੇ ਲੇਖਕ ਤੋਂ ਉਸ ਤਰ੍ਹਾਂ ਨਾਲ ਲਿਖਿਆ ਨਾ ਗਿਆ। ਤਾਂ ਉਦੋਂ ਲੇਖਕ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੁੰਦੀ ਹੈ? ਜਿਸ ਚੀਜ਼ ਦੀ ਇੱਛਾ ਹੋਵੇ, ਜੇ ਉਹੀ ਹੋਵੇ ਤਾਂ ਹੀ ਕੰਮ ਸਹੀ ਢੰਗ ਨਾਲ ਸੰਪੂਰਨ ਹੁੰਦਾ। ਅਗਲਾ ਪ੍ਰਸ਼ਨ ਹੈ, ਲੇਖਕ ਨੂੰ ਆਪਣਾ ਨਾਵਲ ਲਿਖਣ ਸਮੇਂ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ? ਤਾਂ ਸਭ ਤੋਂ ਪਹਿਲੀ ਔਕੜ ਤਾਂ ਲੇਖਕ ਲਈ ਉਸਦੀ ਆਰਥਿਕ ਸਥਿਤੀ ਸੀ। ਉਹਦੇ ਕੋਲ ਪੈਸਿਆਂ ਦੀ ਕਮੀ ਸੀ, ਜਿਸ ਕਰਕੇ ਉਹ ਆਪਣੀ ਮਨਪਸੰਦ ਥਾਂ ਤੇ ਜਾ ਕੇ ਨਹੀਂ ਸੀ ਲਿਖ ਸਕਦਾ। ਜਿਵੇਂ ਤਿਵੇਂ ਉਹਨੇ ਕੋਸ਼ਿਸ਼ ਕਰਕੇ ਜੇ ਉੱਥੇ ਚਲਾ ਵੀ ਗਿਆ ਉਹ ਧਰਮਸ਼ਾਲਾ ਨਾਵਲ ਲਿਖਣ ਦੇ ਲਈ, ਉੱਥੇ ਆਪਣੇ ਦੋਸਤ ਕੋਲ ਠਹਿਰ ਵੀ ਗਿਆ, ਤਾਂ ਦੂਸਰੀ ਔਕੜ ਹੈ ਜਿਹੜੀ ਉਹ ਉਸ ਮੁਹੱਲੇ ਵਿੱਚ ਸਫਾਈ ਕਰਨ ਲਈ ਰੋਜ਼ ਆਉਂਦੀ ਜਮਾਦਾਰਨੀ ਕੱਲੋ ਸੀ, ਜਿਹਦਾ ਸੁਭਾਅ ਹੈ ਜਿਹੜਾ ਉਹ ਬਹੁਤ ਹੀ ਕੁਰੱਖਤ ਸੀ, ਜਿਸ ਦੇ ਕਰਕੇ ਉਹਨੂੰ ਲਿਖਣ ਦੇ ਵਿੱਚ ਸਮੱਸਿਆ ਆਉਂਦੀ ਸੀ।
अगला प्रश्न है, बड़ी भूल हुई बहन माफ करना, परदेसी हूँ ਖਿਆਲ ਨਹੀਂ ਰਹਾ, ਲੇਖਕ ਦੇ ਇਹਨਾਂ ਸ਼ਬਦਾਂ ਦਾ ਕੱਲੋ ਦੇ ਵਿਹਾਰ ਤੇ ਕੀ ਅਸਰ ਪਿਆ। ਹੁਣ ਇਹ ਸ਼ਬਦ ਹੈ ਜਿਹੜੇ ਜਦੋਂ ਲੇਖਕ ਨੇ ਅਚਾਨਕ ਬੋਲੇ ਤਾਂ ਕੱਲੋ ਇੱਕਦਮ ਚੁੱਪ ਕਰ ਗਈ, ਕਿਉਂਕਿ ਉਹਨੂੰ ਉਮੀਦ ਹੀ ਨਹੀਂ ਸੀ ਵੀ ਕੋਈ ਵਿਅਕਤੀ ਹੈ ਜਿਹੜਾ ਉਹ ਮੈਨੂੰ ਭੈਣ ਵੀ ਕਹਿ ਸਕਦਾ, ਕਿਉਂਕਿ ਅੱਜ ਤੱਕ ਉਸ ਦੇ ਨਾਲ ਅਜਿਹਾ ਕਦੇ ਵਾਪਰਿਆ ਹੀ ਨਹੀਂ ਸੀ। ਸਾਰੇ ਲੋਕ ਉਹਨੂੰ ਸਿਰਫ ਨਫ਼ਰਤ ਹੀ ਕਰਦੇ ਸੀ। ਤਾਂ ਉਸ ਦਾ ਵਿਹਾਰ ਹੈ ਜਿਹੜਾ ਉਸ ਦਿਨ ਤੋਂ ਬਿਲਕੁਲ ਬਦਲ ਜਾਂਦਾ ਹੈ। ਉਹਦੇ ਸੁਭਾਅ ਦੇ ਵਿੱਚ ਨਰਮਾਈ ਆ ਜਾਂਦੀ ਹੈ ਤੇ ਉਹ ਲੜਾਈ ਕਰਨੀ ਲੋਕਾਂ ਦੇ ਨਾਲ ਬੰਦ ਕਰ ਦਿੰਦੀ ਹੈ। ਲੇਖਕ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਕੱਲੋ ਦਾ ਸੁਭਾਅ ਕਿਹੋ ਜਿਹਾ ਸੀ? ਹੁਣ ਲੇਖਕ ਨੂੰ ਮਿਲਣ ਤੋਂ ਪਹਿਲਾਂ ਕੱਲੋ ਹੈ ਜਿਹੜੀ ਉਹ ਬਹੁਤ ਹੀ ਕੁਰੱਖਤ ਸੁਭਾਅ ਦੀ ਔਰਤ ਸੀ। ਹਮੇਸ਼ਾ ਹਰ ਇੱਕ ਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਕੋਈ ਇੱਕ ਗੱਲ ਕਹਿੰਦਾ ਤਾਂ ਉਹ 4 ਗੱਲਾਂ ਸੁਣਾਉਂਦੀ। ਸਾਰਾ ਦਿਨ ਕੰਮ ਕਰਦੀ ਹੋਈ ਨਾਲ ਨਾਲ ਬੋਲਦੀ ਜਾਂਦੀ, ਲੋਕਾਂ ਨੂੰ ਮੰਦਾ ਚੰਗਾ ਕਹਿੰਦੀ, ਤੇ ਜਿੰਨੀ ਦੇਰ ਉਹ ਮੁਹੱਲੇ ਦੇ ਵਿੱਚ ਰਹਿੰਦੀ ਉਨੀ ਦੇਰ ਸਾਰੇ ਮੁਹੱਲੇ ਦੇ ਵਿੱਚੋਂ ਲੜਾਈ ਝਗੜੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਅੱਗੇ ਲੇਖਕ ਨੂੰ ਕੱਲੋ ਲਾਲਚੀ ਕਿਉਂ ਜਾਪੀ? ਹੁਣ ਜਦੋਂ ਕੱਲੋ ਹੈ ਜਿਹੜੀ ਉਹ ਲੇਖਕ ਦੇ ਘਰ ਦੇ ਦਰਵਾਜ਼ੇ ਕੋਲ ਆ ਕੇ ਖੜੀ ਹੋ ਜਾਂਦੀ ਹੈ ਤਾਂ ਲੇਖਕ ਨੂੰ ਇਉਂ ਲੱਗਦਾ ਹੈ ਵੀ ਇਹ ਆਪਣੇ ਪੈਸੇ ਲੈਣ ਆਈ ਹੈ, ਤਾਂ ਉਹ ਉਹਦੇ ਵੱਲ ਇੱਕ ਆਨਾ ਸੁੱਟ ਦਿੰਦਾ, ਪਰ ਉਹ ਲੈਂਦੀ ਨਹੀਂ। ਉਹ ਦੂਜਾ ਆਨਾ ਵੀ ਸੁੱਟ ਦਿੰਦਾ, ਉਹ ਫਿਰ ਵੀ ਨਹੀਂ ਲੈਂਦੀ। ਤਾਂ ਲੇਖਕ ਨੂੰ ਇਉਂ ਲੱਗਦਾ ਹੈ ਵੀ ਕੱਲੋ ਬੜੀ ਲਾਲਚੀ ਹੈ, ਇਹ ਕਿੰਨੇ ਕੁ ਪੈਸਿਆਂ ਦੀ ਹੋਰ ਆਪਦੇ ਮਨ ਦੇ ਵਿੱਚ ਇੱਛਾ ਰੱਖਦੀ ਹੈ ਵੀ ਥੋੜਾ ਜਿਹਾ ਤਾਂ ਇਹਨੇ ਕੰਮ ਕੀਤਾ, ਬਾਹਰੋਂ ਸਾਰਾ ਪਾਣੀ ਕੱਢਿਆ, ਨਾਲੀ ਸਾਫ਼ ਕੀਤੀ ਹੈ, ਹੋਰ ਇਹ ਤੋਂ ਵੱਧ ਮੈਂ ਇਹਨੂੰ ਕਿੰਨੇ ਪੈਸੇ ਦੇਵਾਂ। ਅੱਗੇ ਬੇਟਾ ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਸੀ? ਹੁਣ ਕੱਲੋ ਜਦੋਂ ਲੇਖਕ ਨਾਲ ਗੱਲ ਕਰਦੀ ਹੈ, ਲੇਖਕ ਦੱਸਦਾ ਆਪਣੇ ਪਰਿਵਾਰ ਬਾਰੇ ਵੀ ਮੇਰੇ 3 ਲੜਕੇ ਐ, ਤਾਂ ਕੱਲੋ ਹੈ ਜਿਹੜੀ ਉਹਨੂੰ ਕਹਿੰਦੀ ਹੈ ਵੀ ਫਿਰ ਤਾਂ ਤੂੰ ਭਗਵਾਨ ਹੈ, ਕਿਉਂਕਿ ਤੇਰੇ ਕੋਈ ਲੜਕੀ ਨਹੀਂ ਹੈ, ਅਸੀਂ ਤਾਂ 4 ਭੈਣਾਂ ਸੀਗੀਆਂ। ਤਾਂ ਉਹ ਇਹ ਗੱਲ ਕਰਦੀ ਕਰਦੀ ਚੁੱਪ ਹੋ ਜਾਂਦੀ ਹੈ, ਕਿਉਂਕਿ ਉਸਦੇ ਮਨ ਦੇ ਵਿੱਚ ਆਪਦਾ ਜਿਹੜਾ ਪਿਛਲਾ ਸਮਾਂ ਬੀਤਿਆ ਹੋਇਆ ਆਪਣੀ ਜ਼ਿੰਦਗੀ ਦਾ ਉਹ ਸਾਰਾ ਆਉਣ ਲੱਗ ਜਾਂਦਾ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਜਾਂ ਘਰ ਦੇ ਵਿੱਚ ਇੰਨੀਆਂ ਕੁੜੀਆਂ ਹੋਣ ਨਾਤੇ ਉਹਨੂੰ ਬਹੁਤਾ ਪਿਆਰ ਜਾਂ ਸਤਿਕਾਰ ਦੇ ਨਾਲ ਨਹੀਂ ਸੀ ਦੇਖਿਆ ਜਾਂਦਾ। ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਂਟ ਕੀਤੀ ਤੇ ਕਿਉਂ? ਕੱਲੋ ਨੇ ਲੇਖਕ ਨੂੰ ਅੰਬਾਂ ਦੀ ਟੋਕਰੀ ਸੌਗਾਤ ਦੇ ਰੂਪ ਵਿੱਚ ਭੇਂਟ ਕੀਤੀ, ਕਿਉਂਕਿ ਉਹ ਚਾਹੁੰਦੀ ਸੀਗੀ ਕਿ ਇਹ ਸੌਗਾਤ ਹੈ ਜਿਹੜੀ ਉਹ ਲੇਖਕ ਆਪਣੇ ਨਾਲ ਆਪਣੇ ਘਰ ਲੈ ਜਾਵੇ। ਉਹ ਇਸ ਲਈ ਉਹ ਦਿੰਦੀ ਹੈ ਕਿਉਂਕਿ ਲੇਖਕ ਨੇ ਕੱਲੋ ਨੂੰ ਆਪਣੀ ਭੈਣ ਕਿਹਾ ਸੀ, ਤਾਂ ਉਹ ਭੈਣ ਹੋਣ ਦੇ ਨਾਤੇ ਲੇਖਕ ਦੇ ਪਰਿਵਾਰ ਦੇ ਲਈ ਇਹ ਸੌਗਾਤ ਲੈ ਕੇ ਆਉਂਦੀ ਹੈ।